ਚੜ੍ਹਦੇ ਪੰਜਾਬ ਇੰਡੀਆ ਤੋਂ ਸਾਡੇ ਇੱਕ ਮਿੱਤਰ ਹਰਸ਼ਰਨ ਸਿੰਘ ਰੋਮਾਣਾ ਹੋਰਾਂ ਨੇ ਸਾਨੂੰ ਰਿਕੁਐਸਟ ਕੀਤਾ ਕਿ ਸਾਨੂੰ ਸੋਭੇਵਾਲੇ ਦਾ ਰੇਲਵੇ ਸਟੇਸ਼ਨ ਵਿਖਾ ਦਿਓ। ਕਿਉਂ ਜੇ ਹਿੰਦੁਸਤਾਨ ਦੀ ਵੰਡ ਤੋਂ ਪਹਿਲੇ ਸਾਡੇ ਦਾਦਾ ਹੋਰੀ ਹੇਣੋਵਾਲਾ ਮਿੰਚਨਾਬਾਦ ਰਹਿੰਦੇ ਸੀ ਅਤੇ ਉਹਨਾਂ ਦੇ ਲਾਗੇ ਸੋਭੇਵਾਲੇ ਦਾ ਰੇਲਵੇ ਸਟੇਸ਼ਨ ਸੀ। ਮੇਰੇ ਦਾਦੇ ਹੋਰੀ ਸਾਨੂੰ ਦੱਸਦੇ ਸੀ ਕਿ ਮੇਰੀ ਜੰਝ ਸੋਭੇਵਾਲਾ ਦੇ ਰੇਲਵੇ ਸਟੇਸ਼ਨ ਤੋਂ ਚੜ੍ਹੀ ਸੀ ਅਤੇ ਮਿੱਡੂ ਖੇੜੇ ਇੰਡੀਆ ਗਈ ਸੀ। ਸਾਨੂੰ ਉਹ ਰੇਲਵੇ ਸਟੇਸ਼ਨ ਵਿਖਾ ਦਿਓ ਜਿਹੜਾ ਅਸੀਂ ਖਿਆਲਾਂ 'ਚ ਨਿੱਤ ਵੇਖਦੇ ਹਾਂ, ਪਰ ਅੱਜ ਸੁਪਨਿਆਂ ਨੂੰ ਹਕੀਕਤ ਬਣਾ ਦਿਓ ਅਤੇ ਸਾਨੂੰ ਸੱਚੀ ਮੁੱਚੀ ਉਹ ਰੇਲਵੇ ਸਟੇਸ਼ਨ ਵਿਖਾ ਦਿਓ ਜਿਹੜਾ ਅਸੀਂ ਖਾਬਾਂ 'ਚ ਵੇਖਦੇ ਰਹਿੰਦੇ ਹਾਂ ਅਤੇ ਤੁਰਦੇ ਫਿਰਦੇ ਖਿਆਲਾਂ 'ਚ ਸੋਚਦੇ ਰਹਿੰਦੇ ਹਾਂ। ਦਾਦਾ ਹੋਰੀ ਦੱਸਦੇ ਸੀ ਕਿ ਰੇਲ ਦੀ ਕੂਕ ਸਾਨੂੰ ਕੋਇਲ ਦੀ ਕੂਕ ਤੋਂ ਵੀ ਵੱਧ ਸੁਰੀਲੀ ਲੱਗਦੀ ਸੀ, ਕਿਉਂ ਜੇ ਉਹ ਸਾਨੂੰ ਸਾਡੇ ਪਿਆਰਿਆਂ ਕੋਲ ਲੈ ਕੇ ਜਾਂਦੀ ਸੀ। ਦਾਦਾ ਜੀ ਹੋਰੀ ਦੱਸਦੇ ਸੀ ਕਿ ਇਸ ਰੇਲਵੇ ਸਟੇਸ਼ਨ 'ਤੇ ਇੰਤਜ਼ਾਰ ਕਰਦਿਆਂ ਕਈ ਅਜਨਬੀ ਦਿਲ ਦਿਆਂ ਰਿਸ਼ਤਿਆਂ ਵਿੱਚ ਬਚ ਗਏ ਅਤੇ ਇੱਕੋ ਮਿੱਕ ਹੋ ਗਏ। ਉੱਥੇ ਆਉਣਾ, ਬਹਿਣਾ, ਉੱਠਣਾ, ਮੁਸਾਫਰਖਾਨੇ 'ਚ ਬਹਿ ਕੇ ਇੰਤਜ਼ਾਰ ਕਰਨਾ, ਆਪਣੇ ਹਮ ਉਮਰ ਲੋਕਾਂ ਨਾਲ ਮਿਲਣਾ ਅਤੇ ਲਾਗੇ ਵਾਲੇ ਜਿੰਨੇ ਵੀ ਪਿੰਡਾਂ ਦੇ ਵਸੇਬ ਅਤੇ ਵਸਨੀਕ ਹੁੰਦੇ ਸਨ ਉਸ ਮੁਸਾਫਰਖਾਨੇ ਆ ਕੇ ਬਹਿੰਦੇ ਸਾਂ ਅਤੇ ਇੱਕ ਦੂਸਰੇ ਨਾਲ ਸਾਂਝ ਪਾਉਂਦੇ ਸਾਂ ਅਤੇ ਦਿਲ ਦੀਆਂ ਗੱਲਾਂ ਕਰਦੇ ਸਾਂ, ਦੁੱਖ ਸੁੱਖ ਵੰਡਦੇ ਸਾਂ। ਅਤੇ ਫਿਰ ਜਦੋਂ ਟ੍ਰੇਨ ਦੀ ਕੂਕ ਆਉਂਦੀ ਸੀ ਅਤੇ ਆਪਣਾ ਸਮਾਨ ਬੰਨ੍ਹਦੇ ਤਿਆਰੀ ਵੱਟਦੇ ਸਾਂ ਅਤੇ ਇੱਕ ਦੂਸਰੇ ਤੋਂ ਇਸ ਆਸ ਨਾਲ ਵਿਛੜਦੇ ਸਾਂ ਕਿ ਰੱਬ ਚਾਹਿਆ ਅਤੇ ਫੇਰ ਮਿਲਾਂਗੇ। ਪਰ ਕੀ ਪਤਾ ਸੀ ਕਿ ਇੱਕ ਸਮੇਂ ਦੀ ਵੰਡ ਇਹੋ ਜਿਹੀ ਹੋਵੇਗੀ ਕਿ ਨਾ ਉਹ ਰੂਹਾਂ ਰਹਿਣਗੀਆਂ ਅਤੇ ਨਾ ਉਹ ਮਿਲਾਪ ਰਹਿਣਗੇ ਅਤੇ ਨਾ ਹੀ ਕੂੰਜਾਂ ਉੱਡੀਆਂ ਵਾਪਸ ਪਰਤ ਕੇ ਆਉਣਗੀਆਂ। ਵੀਰ ਜੀ ਸਾਨੂੰ ਇੱਕ ਵਾਰੀ ਉੱਥੋਂ ਦੇ ਦਰਸ਼ਨ ਕਰਾ ਦਿਓ। ਪਰ ਮੈਂ ਹੁਣ ਉਹਨਾਂ ਨੂੰ ਕੀ ਦੱਸਾਂ ਕਿ ਨਾ ਉਹ ਗੱਲਾਂ ਰਹੀਆਂ, ਨਾ ਉਹ ਬਾਤਾਂ ਰਹੀਆਂ, ਨਾ ਉਹ ਦਿਨ ਰਹੇ, ਨਾ ਉਹ ਰਾਤਾਂ ਰਹੀਆਂ, ਨਾ ਉਹ ਰਾਤਾਂ ਰਹੀਆਂ।